गोपाल तेरा आरता, जो जन तुमरी भगत करन ते तिन के काज सवारता। भगत धन्ना जी का उच्चारण किया होया है पवित्र शब्द, जो निता प्रति संगतां जिसका जाप करदियां ने, जिथे जिथे भी आरती साहब का जो कीर्तन होंदा है, सचखंड श्री हरिमंदर साहब जी तो लैके होर भी वख-वख स्थानां ते गुरमुख जन घरां दे विच भी प्यार दे नाल इसका गायन करते हैं। आरती दे शब्दां दे विच भगत धन्ना जी का यह शब्द भी मौजूद है, जिहड़ा कि एक बड़ा ही दृढ़ता भरपूर उन्हां दा भरोसे नूं दर्शाउंदा है। जो जन तुमरी भगत करन ते तिन के काज सवारता। अगों एक होर बेनती रूप दे विच जिहड़ी ओह मंग करते ने, वह भी साडे सामने आउंदी है। सो संगत जी, आपां अज भगत धन्ना जी दे पवित्र जन्म दिहाड़े के मौके पर उन्होंने याद करन जा रहे हैं। एक बड़े ही सादे जिवें कह लीए गरीब जट परिवार के विच भगत जियां दा जन्म 1415 ईस्वी दे विच होया। छोटा जिहा नगर है धूआं कलां, टोंक जिले दे विच है, राजस्थान दे विच। असां जाके भी दर्शन किए। बड़े सादे लोग ने अज भी उत्थे। उन्हां दे रहन सहन तो महसूस होंदा कि अज भी वो भगत धन्ने वाली सोच अज भी उत्थे कुछ लोगों के विच जरूर मौजूद नज़र आउंदी है। भगत धन्ना जी जिवें आम जिमीदारा परिवार दे विच हुंदा है कि बचपन चलो बचपन दियां खेडां च लंघ जांदा है। थोड़े वड्डे होए ने ते मापियां ने जिवें आम हुंदा है कि चलो गऊआं चार लिया। सो गऊआं चारदे मन दे विच एक भोलापन है भगत धन्ना जी दा ना, बड़ा सीधा जिहा, कोई वल छल नहीं। गऊआं चारदे ने, गऊआं चारदे की देख करते ने कि उत्थे एक मंदिर है, ते उस मंदिर दे विच जिहड़ा पुजारी है, जिन्हां दा नाम तरलोचन करके आउंदा है, इतिहासक हवालियां चों प्राप्त होंदा है कि वो तरलोचन पंडित जिहड़े ने वो उत्थे सेवा करते हैं। हुण उन्हां दे मन की जिहड़ी बिरती है वो कोई बहुती खूबी हुई नहीं है। जिवें आम करके हो जाता कि इस चीज़ नूं अपनी रोजी रोटी का साधन बना लिया जाता है। कई बार ऐसा हुंदा है, बल्कि ज़्यादातर ऐसा साडे सामने आएगा कि पुजारी जिहड़े हुंदे ने वो रहिंदे रब दे लागे हुंदे ने, पर उन्ने नज़दीक हुंदे नहीं जिन्ने होने चाहिए ने। कोई विरले टामे हुंदे ने जिन्हां दे उत्ते मालिक किरपा करते, जिन्हां नूं अंदरों ही प्रीत ला दे। सो ये तरलोचन जी भी जिवें अपना रीत दे अनुसार कह लईए है ना, जिवें
ਪੁਰਾਣੀ ਰੀਤ ਚੱਲੀ ਆਉਂਦੀ ਸੀ ਕਿ 1415 ਦਾ ਉਹਨਾਂ ਦਾ ਜਨਮ ਹੈ, ਤੇ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ 1430-35 ਦੇ ਲਾਗੇ ਬੰਨੇ ਇੱਥੇ ਕਿ ਜੇ ਆ ਕੇ ਉਹ ਚੜ੍ਹਦੀ ਜਵਾਨੀ ਵਿੱਚ ਭਗਤ ਜੀ ਆਏ ਨੇ। ਤੇ ਇਹ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਪਹਿਲੇ ਦੀ ਗਾਥਾ ਹੈ ਜੋ ਸਾਡੇ ਸਾਹਮਣੇ ਹੈ। ਕਿਉਂਕਿ ਭਗਤ ਧੰਨਾ ਜੀ ਐਸੇ ਭਗਤਾਂ 'ਚੋਂ ਹੋਏ ਨੇ ਜਿਨ੍ਹਾਂ ਨੂੰ ਮਿਹਰ ਪਹਿਲਾਂ ਮਿਲੀ ਹੈ। ਜਿਵੇਂ ਭਗਤ ਨਾਮਦੇਵ ਜੀ ਹੋਏ ਨੇ, ਬੰਦਗੀ ਬਾਅਦ 'ਚ ਸ਼ੁਰੂ ਕੀਤੀ ਹੈ, ਮਿਹਰ ਪਹਿਲਾਂ ਮਿਲੀ ਹੈ। ਐਸੀ ਖੇਡ ਕਿ ਪਿਛਲੀ ਕਮਾਈ ਹੀ ਇੰਨੀ ਜ਼ਿਆਦਾ ਕਿ ਰੱਬ ਨੂੰ ਪਿਆਰ 'ਚ ਵੱਧਾ ਹੀ ਆਉਣਾ ਪੈ ਗਿਆ। ਇਹ ਦੋਨੋਂ ਭਗਤ ਜਨ ਜਿਨ੍ਹਾਂ ਦਾ ਜੀਵਨ ਦੀ ਆਰੰਭਤਾ ਜਿਹੜੀ ਹੈ ਨਾ, ਜੀਵਨ ਦੀ ਆਰੰਭਤਾ ਦੇ ਵਿੱਚ ਹੀ ਦੋਨਾਂ ਨੂੰ ਦਰਸ਼ਨ ਹੁੰਦੇ ਨੇ। ਅਧਿਆਤਮਕ ਜੀਵਨ ਦੀ ਆਰੰਭਤਾ ਦੀ ਜੇ ਗੱਲ ਕਰ ਲਈਏ, ਭਗਤ ਨਾਮਦੇਵ ਜੀ ਤਾਂ ਅਜੇ ਬੱਚੇ ਹੀ ਸਨ, ਧੰਨਾ ਜੀ ਥੋੜ੍ਹੇ ਵੱਡੇ ਹੋ ਗਏ ਨੇ। ਸੋ ਭਗਤ ਧੰਨਾ ਜੀ ਦੇਖਦੇ ਨੇ ਉੱਥੇ, ਨਾਲੇ ਆਪਣੀਆਂ ਗਊਆਂ ਚਾਰਦੇ ਰਹਿੰਦੇ ਨੇ ਤੇ ਵਹਿੰਦੇ ਨੇ ਵੀ ਇਹ ਪੰਡਤ ਜੀ ਜਿਹੜੇ ਆ ਨਾ, ਇਹ ਠਾਕੁਰ ਦੀ ਸੇਵਾ ਕਰਦੇ ਨੇ, ਪੂਜਾ ਕਰਦੇ ਨੇ, ਧੂਫ ਬੱਤੀ ਕਰਦੇ ਨੇ, ਭੋਗ ਲਵਾਉਂਦੇ ਨੇ। ਤੇ ਕਰਦਿਆਂ ਵਹਿੰਦਿਆਂ ਮਨ ਦੇ ਵਿੱਚ ਕਿਉਂਕਿ ਕੋਈ ਨਾ ਕੋਈ ਕਾਰਨ ਬਣਨਾ ਹੁੰਦਾ, ਮਨ ਦੇ ਵਿੱਚ ਇੱਕ ਸ਼ਰਧਾ ਜੀ ਬਣੀ ਹੋਏਗਾ ਤਾਂ ਕੋਈ ਪੂਰਬਲਾ ਕਰਮ ਹੀ ਹੈ, ਨਹੀਂ ਤੇ ਐਵੇਂ ਬੱਚਿਆਂ ਦੇ ਹੁਣ ਗਾਈਆਂ ਮੱਝੀਆਂ ਚਾਰਨ ਵਾਲੇ ਤਾਂ ਬੇਅੰਤ ਹੀ ਹੋਣਗੇ, ਪਰ ਹੁਣ ਕੋਈ ਬਾਬੇ ਨਾਨਕ ਵਾਂਗੂ ਗਾਈਆਂ ਮੱਝੀਆਂ ਨਹੀਂ ਚਾਰਦਾ, ਨਾ ਹੀ ਬਾਬੇ ਧੰਨੇ ਵਾਂਗੂ ਚਾਰਦਾ। ਇਤਿਹਾਸ 'ਚ ਇਹ ਵੀ ਆਉਂਦਾ ਕਿ ਕ੍ਰਿਸ਼ਨ ਮਹਾਰਾਜ ਵੀ, ਉਹ ਵੀ ਗਾਈਆਂ ਚਾਰਦੇ ਹੁੰਦੇ ਸੀ, ਗਵਾਲੇ ਕਿਹਾ ਜਾਂਦਾ ਉਹਨਾਂ ਨੂੰ। ਸੋ ਇੱਥੇ ਭਗਤ ਧੰਨਾ ਜੀ ਦਾ ਜਿਹੜਾ ਪ੍ਰਸੰਗ ਹੈ, ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਦਾ ਵਿਖਿਆਨ ਕੀਤਾ, ਜਿੱਥੇ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਪਵਿੱਤਰ ਸ਼ਬਦ ਦੇ ਵਿੱਚ ਬਿਆਨ ਕੀਤਾ ਕਿ ਇਹ ਬਿਦ ਸੁਣ ਕੇ ਜਾਟੜੋ, ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਗੁਰੂ ਸਾਹਿਬ ਜੀ ਨੇ ਜੋ ਬਖਸ਼ਿਸ਼ ਕੀਤੀ ਹੈ ਕਿ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਸੋ ਉਸ ਦਾ ਹੋਰ ਵਿਸਥਾਰ ਜੋ ਹੈ ਉਹ ਸਾਨੂੰ ਭਾਈ ਗੁਰਦਾਸ ਜੀ ਦੀ ਜੋ 10ਵੀਂ ਵਾਰ ਹੈ ਉਹਦੀ 13ਵੀਂ ਪੌੜੀ ਦੇ ਵਿੱਚ ਸਾਨੂੰ ਪ੍ਰਾਪਤ ਹੁੰਦਾ ਹੈ। ਇਸ ਵਾਰ ਦੇ ਵਿੱਚ ਵੱਖ-ਵੱਖ ਭਗਤ ਜਨਾਂ ਦੇ ਪਰਥਾਏ ਭਾਈ ਸਾਹਿਬ ਜੀ ਨੇ ਇੱਕ ਪੌੜੀ ਦੇ ਕਰੀਬ ਜੋ ਹੈ ਉਹ ਗਿਆਨ ਦਿੱਤਾ। ਸੋ ਇਸ 13ਵੀਂ ਪੌੜੀ ਦੇ ਵਿੱਚ ਭਾਈ ਸਾਹਿਬ ਜੋ ਵਰਣਨ ਕਰਦੇ ਨੇ, ਬਾਹਮਣ ਪੂਜੈ ਦੇਵਤੇ, ਧੰਨਾ ਗਊ ਚਰਾਵਣੇ ਆਵੈ। ਸੋ ਬ੍ਰਾਹਮਣ ਜੋ ਹੈ ਤਰਲੋਚਨ, ਉਹ ਦੇਵਤਿਆਂ ਦੀ ਪੂਜਾ ਕਰਦਾ ਹੈ ਤੇ ਧੰਨਾ ਉੱਧਰ ਗਊਆਂ ਚਰਾਉਣ ਆਉਂਦਾ ਹੈ। ਸੋ ਇਹ ਤਰਲੋਚਨ ਜਿਹੜੇ ਇਹ ਬ੍ਰਾਹਮਣ ਨੇ, ਇਹ ਭਗਤ ਤਰਲੋਚਨ ਨਹੀਂ, ਇਹ ਵੈਸੇ ਉੱਥੋਂ ਦੇ ਬ੍ਰਾਹਮਣ ਨੇ ਉਸ ਨਗਰ ਦੇ, ਜਿੱਧਰ ਭਗਤ ਧੰਨਾ ਜੀ ਗਊਆਂ ਚਰਾਉਣ ਜਾਂਦੇ ਨੇ। ਸੋ ਬਾਹਮਣ ਪੂਜੈ ਦੇਵਤੇ, ਧੰਨਾ ਗਊ ਚਰਾਵਣ ਆਵੈ, ਧੰਨੈ ਡਿੱਠਾ ਚਲਤ ਇਹ, ਪੁੱਛੇ ਬਾਹਮਣ ਆਖ ਸੁਣਾਵੈ। ਸੋ ਇਹ ਸਾਰਾ ਚਲਤ ਵੇਖਦੇ ਨੇ ਬਾਬਾ ਧੰਨਾ ਜੀ, ਵਹਿੰਦੇ ਆ ਕੇ ਪੰਡਿਤ ਕੀ ਆਪਣੀ ਕਿਰਿਆ ਕਰਦੇ ਨੇ। ਇਹਨਾਂ ਦੇ ਮਨ 'ਚ ਆਮ ਸਧਾਰਨ ਜਗਿਆਸੂ ਵਾਂਗੂ ਬੜੀ ਸ਼ਰਧਾ ਹੈ। ਸੋ ਆਮ ਜਿਹੜਾ ਜਗਿਆਸੂ ਨਾ, ਉਹਦੀ ਸ਼ਰਧਾ ਜ਼ਿਆਦਾ ਨਿਰਮਲ ਪਵਿੱਤਰ ਹੁੰਦੀ ਹੈ, ਕਿਉਂਕਿ ਜ਼ਿਆਦਾਤਰ ਆਪਾਂ ਦੇਖਦੇ ਹਾਂ ਕਿ ਦੀਵੇ ਤਲੇ ਹਨੇਰੇ ਵਾਲੀ ਗੱਲ ਜ਼ਿਆਦਾ ਹੋ ਜਾਂਦੀ ਹੈ। ਜਿੰਨਾ ਇਨਸਾਨ ਉਸ ਚੀਜ਼ ਦੇ ਨਜ਼ਦੀਕ ਆਉਂਦਾ ਹੈ,
ਉਹ ਤੇ ਮਨ ਕਈ ਵਾਰੀ ਨਾ ਉਹਨੂੰ ਸਹਿਜ ਜਿਹੇ 'ਚ ਹੀ ਲੈਣ ਲੱਗ ਪੈਂਦਾ ਵੀ ਇਹ ਕਿਹੜੀ ਕੋ ਵੱਡੀ ਗੱਲ ਹੈ, ਉਹਨੂੰ ਆਮ ਜਿਹਾ ਸਮਝਣ ਲੱਗ ਪੈਂਦਾ ਹੈ। ਪਰ ਭਗਤ ਧੰਨਾ ਜੀ ਜਿਹੜੇ ਕਿ ਉਸ ਵੇਲੇ ਅਜੇ ਉਸ ਪੂਰੇ ਰੰਗ ਵਿੱਚ ਨਹੀਂ ਆਏ, ਧੰਨੇ ਡਿੱਠਾ ਚਲਤ ਇਹ ਪੁੱਛੇ ਬਾਹਮਣ ਆਖ ਸੁਣਾਵੇ। ਹੁਣ ਬਾਹਮਣ ਜੀ ਨੂੰ, ਉਸ ਬ੍ਰਾਹਮਣ ਨੂੰ ਪੁੱਛਦੇ ਆ ਕਿ ਕੀ ਕਰਦੇ ਹੋ ਤੁਸੀਂ, ਤੇ ਬ੍ਰਾਹਮਣ ਅੱਗੋਂ ਉਹਨਾਂ ਨੂੰ ਕਹਿੰਦੇ ਆ ਕਿ ਠਾਕੁਰ ਦੀ ਸੇਵਾ ਕਰੇ ਜੋ ਇੱਛੈ ਸੋਈ ਫਲ ਪਾਵੇ। ਵੇਖੋ, ਅਧਿਆਤਮ ਦੇ ਮਾਰਗ ਦੀ ਸ਼ੁਰੂਆਤ ਕਈ ਵਾਰੀ ਦੁਨਿਆਵੀ ਜ਼ਰੂਰਤਾਂ ਤੋਂ ਹੋ ਜਾਂਦੀ ਹੈ। ਆਪਾਂ ਦੇਖਦੇ ਹਾਂ ਕਈ ਵਾਰੀ ਕਿ ਇਨਸਾਨ ਆਪਣੀਆਂ ਮੁਸ਼ਕਿਲਾਂ ਦਾ ਕਰਕੇ, ਆਪਣੀਆਂ ਮੁਸੀਬਤਾਂ ਦਾ ਕਰਕੇ ਗੁਰੂ ਨਾਲ ਜੁੜਦਾ ਹੈ। ਜਦ ਉਹਨੂੰ ਲੱਗਦਾ ਕਿ ਮੇਰੀਆਂ ਇਹਨਾਂ ਮੁਸ਼ਕਿਲਾਂ ਦਾ ਥੋੜ੍ਹਾ ਦਾ ਹੋਰ ਕੋਈ ਹੱਲ ਨਹੀਂ ਹੈ, ਤੇ ਫਿਰ ਉਹ ਸੋਚਦਾ ਕਿ ਮੈਂ ਰੱਬ ਅੱਗੇ ਅਰਜ਼ੋਈ ਕਰਾਂ, ਗੁਰੂ ਅੱਗੇ ਅਰਜ਼ੋਈ ਕਰਾਂ। ਜਿਵੇਂ ਕਿ ਅੱਜ ਕੱਲ੍ਹ ਆਪਾਂ ਬਹੁਤ ਸਾਰੇ, ਲਗਭਗ ਇਸ ਵਕਤ ਤਾਂ ਸ਼ਾਇਦ ਮੈਨੂੰ ਲੱਗਦਾ ਕਿ 95% ਹੋ ਸਕਦਾ 99% ਹੀ ਲੋਕ ਜਿਹੜੇ ਨੇ ਉਹ ਰੱਬ ਦੀ ਓਟ ਤੱਕਦੇ ਪਏ ਨੇ, ਤੇ ਸ਼ਾਇਦ ਹੋ ਸਕਦਾ 100% ਹੀ ਹੋਣ। ਕਿਉਂਕਿ ਜਿਹੜੇ ਕੁਝ ਲੋਕ ਐਸੇ ਨੇ ਜਿਹੜੇ ਬਾਹਰੋਂ ਉਹਨਾਂ ਨੇ ਆਪਣੇ ਉੱਤੇ ਇੱਕ ਠੱਪਾ ਲਗਵਾ ਲਿਆ ਹੁੰਦਾ ਕਿ ਅਸੀਂ ਰੱਬ ਨੂੰ ਨਹੀਂ ਮੰਨਦੇ, ਪਰ ਅੰਦਰੋਂ ਉਹ ਵੀ ਮੰਨਦੇ ਹੁੰਦੇ ਨੇ। ਮੇਰੇ ਵੀ ਇੱਕ ਦੋ ਐਸੇ ਜਾਣਕਾਰ ਨੇ ਜਿਹੜੇ ਵੈਸੇ ਇੱਦਾਂ ਦਾ ਉਹਨਾਂ ਦਾ ਸੁਭਾਅ ਆ, ਪਰ ਜਦੋਂ ਕਿਤੇ ਬਹੁਤੀ ਡੂੰਘੀ ਮੁਸੀਬਤ 'ਚ ਹੋਣ ਤੇ ਫਿਰ ਉਹ ਵੀ ਰੱਬ ਨੂੰ ਆਪਣੇ ਢੰਗ ਦੇ ਨਾਲ ਅਰਜ਼ੋਈ ਕਰਦੇ ਨੇ। ਸੋ ਮਤਲਬ ਮਨੋਂ ਹਰ ਕੋਈ ਮੰਨਦਾ ਹੁੰਦਾ ਹੈ, ਬਾਹਰੋਂ ਚਾਹੇ ਕੋਈ ਮੰਨੇ ਜਾਂ ਨਾ ਮੰਨੇ। ਤੇ ਸੋ ਇਸ ਢੰਗ ਦੇ ਨਾਲ ਠਾਕੁਰ ਦੀ ਸੇਵਾ ਕਰੇ ਜੋ ਇੱਛੈ ਸੋਈ ਫਲ ਪਾਵੇ। ਹੁਣ ਉਸ ਬ੍ਰਾਹਮਣ ਤ੍ਰਿਲੋਚਨ ਜੀ ਨੇ ਉਹਨਾਂ ਨੂੰ ਸਮਝਾ ਦਿੱਤਾ, ਕਿਉਂਕਿ ਧੰਨਿਆ ਜੀ ਨੇ ਪੁੱਛਿਆ ਵੀ ਇਹ ਕੀ ਤੁਹਾਡਾ ਚੱਲਤ ਹੈ, ਕੀ ਕਰਦੇ ਹੋ ਤੁਸੀਂ? ਉਹ ਕਹਿੰਦੇ ਅਸੀਂ ਠਾਕੁਰ ਦੀ ਪੂਜਾ ਕਰਦੇ ਹਾਂ। ਤੇ ਉਹ ਕਹਿੰਦੇ ਪੂਜਾ ਕੀਤਿਆਂ ਫਿਰ ਕੀ ਹੁੰਦਾ? ਕਹਿੰਦੇ ਫਿਰ ਜੋ ਇੱਛਾ ਸੋਈ ਫਲ ਪਾਵੇ। ਪੂਜਾ ਕੀਤਿਆਂ ਤਾਂ ਫਿਰ ਮੇਰਾ ਹੀ ਮੇਰਾ ਨੇ। ਸੋ ਇੱਕ ਕੋਰੀ ਸਲੇਟ ਹੈ ਭਗਤ ਧੰਨਾ ਜੀ, ਬਿਲਕੁਲ ਸ਼ਰਧਾ ਦੇ ਵਿੱਚ, ਬੜੀ ਸਾਦਗੀ ਦੇ ਵਿੱਚ। ਮੈਂ ਫਿਰ ਉਸ ਗੱਲ ਨੂੰ ਜਦ ਚੇਤੇ ਵਿੱਚ ਲਿਆਉਣਾ ਤੇ ਅੱਜ ਵੀ ਬੜੇ ਸਾਦੇ ਲੋਕ ਨੇ ਉੱਥੇ ਦੇ ਪਰਿਵਾਰ, ਉੱਥੋਂ ਦੀਆਂ ਜਿਹੜੇ ਜ਼ਿਮੀਂਦਾਰ ਨੇ ਬੜੇ ਸਾਦ ਮੁਰਾਦੇ, ਉਹਨਾਂ ਦੇ ਪਰਿਵਾਰ ਵੀ ਬੜੇ ਸਾਦੇ। ਧੰਨਾ ਕਰਦਾ ਜੋਦੜੀ। ਹੁਣ ਧੰਨਾ ਪਰਿਵਾਰ 'ਚ ਗਰੀਬੀ ਹੈ, ਉਧਰ ਜ਼ਮੀਨਾਂ ਚਾਹੇ ਖੁੱਲੀਆਂ ਹੁੰਦੀਆਂ ਨੇ ਪਰ ਉਨੀ ਉਪਜ ਨਹੀਂ ਹੁੰਦੀ ਸੀ। ਹੁਣ ਤਾਂ ਫਿਰ ਵੀ ਥੋੜ੍ਹੇ ਬਹੁਤੇ ਕੋਈ ਸਾਧਨ ਬਣ ਗਏ, ਉਸ ਵੇਲੇ ਤਾਂ ਸਾਧਨਾਂ ਦੀ ਘਾਟ ਸੀ। ਧੰਨਾ ਕਰਦਾ ਜੋਦੜੀ। ਹੁਣ ਧੰਨਾ ਪੰਡਤ ਜੀ ਨੂੰ ਕਹਿੰਦਾ ਕਿ ਮੈਂ ਵੀ ਦੇ ਇੱਕ ਜੇ ਤੁਧ ਪਾਵੇ, ਮੈਨੂੰ ਇੱਕ ਠਾਕਰ ਦੇ ਦੇ। ਸੰਗਤ ਜੀ, ਕਿਸੇ ਚੀਜ਼ ਨੂੰ ਸਮਝਣ ਦੇ ਵਾਸਤੇ ਉਸ ਅਵਸਥਾ ਦੇ ਵਿੱਚ ਜਾਣਾ ਪੈਂਦਾ, ਕਿਉਂਕਿ ਜ਼ਿਆਦਾਤਰ ਅੱਜ ਸਾਡੇ ਵਿਦਵਾਨ ਜਾਂ ਪ੍ਰਚਾਰਕ ਵੀਰ ਜਿਹੜੇ ਨੇ ਇਸ ਸਾਖੀ ਤੋਂ ਥੋੜ੍ਹੀ ਜਿਹੀ ਕੰਨੀ ਕਤਰਾ ਰਹੇ ਨੇ। ਪਰ ਇਸ ਦੇ ਵਿੱਚ ਅੱਗੇ ਜਾ ਕੇ ਜਿਹੜਾ ਸਾਨੂੰ ਗਿਆਨ ਪ੍ਰਾਪਤ ਹੁੰਦਾ ਨਾ, ਜੇ ਧੰਨਾ ਉਹ ਠਾਕੁਰ ਤਾਂ ਉਹਦੇ ਵਾਸਤੇ ਇੱਕ ਸਾਧਨ ਬਣ ਗਿਆ, ਪਰ ਜੇ ਧੰਨਾ ਵੈਸੇ ਹੀ ਰੱਬ ਨੂੰ ਇੰਨੇ ਪਿਆਰ ਦੇ ਨਾਲ ਯਾਦ ਕਰਦਾ ਤੇ ਰੱਬ ਨੂੰ ਆਉਣਾ ਹੀ ਪੈਣਾ ਸੀ। ਰੱਬ ਕੋਈ ਐਡਾ ਸਖਤ ਥੋੜ੍ਹੀ ਹੈ।
ਉਹ ਤਾਂ ਪਿਆਰ ਦੀ ਮੂਰਤ ਹੈ, ਬਖਸ਼ਿੰਦ ਹੈ। ਸੋ ਭਗਤ ਧੰਨੇ ਜੀ ਦੇ ਮਨ ਦੇ ਨਿਗਾਹ ਤੋਂ ਆਪਾਂ ਤੱਕੀਏ, ਇੱਕ ਭੋਲਾ ਸਾਧੂ ਹੈ। ਇਹ ਜੱਟ ਸਾਧ ਕਹਿ ਦਿੰਦੇ ਨਾ, ਆਪਣਾ ਪੰਜਾਬ ਦੇ ਵਿੱਚ ਕਹਿੰਦੇ ਕਿ ਜੱਟ ਸਾਧ, ਜੱਟ ਜੱਫਾ ਵੀ ਮਾਰ ਲੈਂਦੇ ਸਾਧ ਜਿਹੜੇ ਹੁੰਦੇ। ਸੋ ਇਹ ਭੋਲਾ ਜਿਹਾ ਸਾਧ ਆ, ਅਜੇ ਸਾਧਕ ਬਣ ਰਿਹਾ ਕਹਿ ਲਈਏ, ਹੈ ਨਾ। ਧੰਨਾ ਕਰਦਾ ਜੋਦੜੀ ਮੈਂ ਪੀਦੇ ਇੱਕ ਜੇ ਤੁਧ ਭਾਵੈ। ਬਾਹਮਣ ਜੀ ਮੈਨੂੰ ਵੀ ਇੱਕ ਦੇ ਦਿਓ। ਤਾਂ ਲੋਚਨ ਜੀ ਕਰੋ ਕਿਰਪਾ, ਮੈਨੂੰ ਵੀ ਦਿਓ ਫਿਰ ਇੱਕ, ਮੇਰਾ ਵੀ ਨਹੀਂ ਸਰਦਾ। ਜੇ ਠਾਕਰ ਦੀ ਸੇਵਾ ਕੀਤੇ ਆ ਸਾਰਾ ਕੁਝ ਮਿਲਦਾ, ਤੇ ਫਿਰ ਮੈਨੂੰ ਤਾਂ ਬੜਾ ਕੁਝ ਚਾਹੀਦਾ। ਤੁਸੀਂ ਏਦਾਂ ਕਰੋ, ਮੈਨੂੰ ਇੱਕ ਠਾਕੁਰ ਦੇ ਦਿਓ। ਹੁਣ ਉਹ ਬ੍ਰਾਹਮਣ ਨੇ, ਆਪਾਂ ਜਾਣਦੇ ਹਾਂ ਕਿ ਉਸ ਸਮੇਂ ਦੀ ਵਰਨ ਵੰਡ ਦੇ ਅਨੁਸਾਰ ਪੂਜਾ ਦਾ ਜਿਹੜਾ ਅਧਿਕਾਰ ਹੈ ਉਹ ਸਾਰਾ ਬ੍ਰਾਹਮਣ ਕੋਲ ਹੈ। ਜੱਟ ਜਿਹੜੇ ਨੇ ਇਹ ਤਾਂ ਕੰਮਾਂ ਕਾਰਾਂ ਵਾਲੇ ਹੋ ਗਏ। ਸੋ ਉਹ ਕਹਿੰਦੇ ਵੀ ਤੂੰ ਧੰਨਿਆ, ਤੂੰ ਆਪਣੀ ਖੇਤੀ ਖੂਤੀ ਕਰ, ਗਾਈਆਂ ਚਾਰਦਾ ਆ ਜਾਂ ਹੋਰ ਜਿਹੜੀ ਕੋਈ ਆਪਣਾ ਪੈਲੀ ਬੰਨਾ ਵੇਖ, ਤੇਰੇ ਵੱਸ ਦਾ ਨਹੀਂ ਕੰਮ ਇਹ। ਨਾਲੇ ਤੂੰ ਅਨਪੜ੍ਹ ਹੈ। ਇੱਥੇ ਤਾਂ ਹੁਣ ਕਈ ਤਰ੍ਹਾਂ ਦੇ ਮੰਤਰ ਉਚਾਰਨੇ ਹੁੰਦੇ ਨੇ, ਪੂਜਾ ਜਦੋਂ ਕਰੀਦੀ ਹੈ ਸਾਰਾ ਕੁਝ ਉਹਨੂੰ ਸਮਝਾਉਂਦੇ। ਪਰ ਹੁਣ ਉਹ ਬੰਦਾ ਸਿੱਧਾ ਹੀ ਉਹਨੂੰ ਲੱਗਾ ਵੀ ਮੇਰੀ ਗਰੀਬੀ ਹੁਣ ਠਾਕਰ ਹੀ ਕੱਟ ਸਕਦਾ। ਪਿਆਰ ਦੇ ਵਿੱਚ ਆ ਗਿਆ ਤੇ ਕਹਿੰਦਾ ਕਿ ਧੰਨਾ ਕਰਦਾ ਜੋਦੜੀ ਮੈਂ ਪੀਦੇ ਇੱਕ ਜੇ ਤੁਧ ਭਾਵੈ। ਬੜੀ ਕੋਸ਼ਿਸ਼ ਕੀਤੀ ਬਾਹਮਣ ਜੀ ਨੇ। ਆਪਾਂ ਜ਼ਿਆਦਾਤਰ ਬ੍ਰਾਹਮਣ ਦਾ ਗੱਲ ਕਰਨ ਲੱਗਿਆ ਉਹਨਾਂ ਦੇ ਪ੍ਰਤੀ ਰੁੱਖੇ ਲਫ਼ਜ਼ ਵਰਤਦੇ, ਐਸਾ ਮੈਨੂੰ ਲੱਗਦਾ ਸਹੀ ਨਹੀਂ ਹੈ। ਜੇ ਆਪਾਂ ਗ੍ਰੰਥੀ ਸਾਹਿਬ ਕਹਿੰਦੇ ਹਾਂ ਤੇ ਫਿਰ ਬ੍ਰਾਹਮਣ ਜੀ ਕਹਿਣਾ ਕੀ ਹਰਜ ਹੈ। ਮੌਲਵੀ ਸਾਹਿਬ ਆਪਾਂ ਕਹਿੰਦੇ ਹਾਂ। ਸੋ ਸਤਕਾਰ ਸਾਰਿਆਂ ਦਾ। ਮਜ਼ਹਬ ਤੁਮਾਰਾ ਖੂਬ ਹਮਾਰਾ ਖੂਬ, ਤੁਮਕੋ ਤੁਮਾਰਾ ਖੂਬ ਹਮਕੋ ਹਮਾਰਾ ਖੂਬ। ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਪੁੱਛਿਆ ਸੀ ਨਾ, ਬਹਾਦਰ ਸ਼ਾਹ ਨੇ ਪੁੱਛਿਆ ਸੀ ਕਿ ਤੁਹਾਡਾ ਮਜ਼ਹਬ ਚੰਗਾ ਕਿ ਸਾਡਾ ਚੰਗਾ। ਗੁਰੂ ਕਲਗੀਧਰ ਪਾਤਸ਼ਾਹ ਦਾ ਜਿਹੜਾ ਜਵਾਬ ਸੀ ਉਹ ਇਤਿਹਾਸਕਾਰਾਂ ਨੇ ਵਰਣਨ ਕੀਤਾ ਕਿ ਮਜ਼ਹਬ ਤੁਮਾਰਾ ਖੂਬ ਹਮਾਰਾ ਖੂਬ, ਤੁਮਕੋ ਤੁਮਾਰਾ ਖੂਬ ਹਮਕੋ ਹਮਾਰਾ ਖੂਬ। ਤੇਰਾ ਵੀ ਚੰਗਾ ਹੈ ਭਾ ਤੇ ਸਾਡਾ ਵੀ ਚੰਗਾ ਹੈ। ਤੈਨੂੰ ਤੇਰਾ ਮੁਬਾਰਕ ਹੈ, ਸਾਨੂੰ ਸਾਡਾ ਮੁਬਾਰਕ ਹੈ, ਪਰ ਸਤਿਕਾਰ ਇੱਕ ਦੂਜੇ ਦਾ ਜ਼ਰੂਰ ਕਰੀਏ। ਜੇ ਅਸੀਂ ਧਰਮਾਂ ਵਾਲੇ ਹੀ ਇੱਕ ਦੂਜੇ ਦੇ ਧਰਮ ਦਾ ਸਤਿਕਾਰ ਨਹੀਂ ਕਰਾਂਗੇ ਤੇ ਫਿਰ ਤਾਂ ਗੱਲ ਗਲਤ ਹੋ ਜਾਏਗੀ ਨਾ। ਸਤਿਕਾਰ ਜ਼ਰੂਰ। ਜੇ ਆਪਾਂ ਗੁਆਂਢੀ ਦੇ ਬਜ਼ੁਰਗਾਂ ਦੇ ਗੋਡੀ ਹੱਥ ਲਾਉਂਦੇ ਆ ਨਾ, ਉਦੋਂ ਆਪਾਂ ਇਹ ਨਹੀਂ ਸੋਚਦੇ ਕਿ ਇਹ ਕਿਹੜੇ ਧਰਮ ਦਾ ਹੈ। ਅਸੀਂ ਇੱਕ ਸ਼ਿਸ਼ਟਾਚਾਰ ਆ ਸਾਡਾ, ਹੈ ਨਾ। ਆਪਾਂ ਨੂੰ ਕੋਈ ਬਜ਼ੁਰਗ ਵਾਰ ਮਿਲ ਜੇ ਸਾਡਾ, ਅਸੀਂ ਉਹਨਾਂ ਨੂੰ ਅਦਬ ਦਿੰਦੇ ਹਾਂ। ਤੇ ਹੁਣ ਦੂਸਰੇ ਧਰਮਾਂ ਦੇ ਜਿਹੜੇ ਪੂਜਾ ਕਰਨ ਵਾਲੇ ਨੇ ਉਹਨਾਂ ਨੂੰ ਸਤਿਕਾਰ ਦੇਣਾ ਵੀ ਸਾਡਾ ਫਰਜ਼ ਬਣਦਾ। ਸੋ ਧੰਨਾ ਕਰਦਾ ਜੋਦੜੀ ਮੈਂ ਪੀਦੇ ਇੱਕ ਜੇ ਤੁਧ ਭਾਵੈ। ਤੇ ਮੈਨੂੰ ਵੀ ਦੇ ਦੇ, ਮੇਰਾ ਨਹੀਂ ਸਰਦਾ। ਬੜਾ ਉਹਨਾਂ ਨੇ ਸਮਝਾਇਆ ਬਾਹਮਣ ਜੀ ਨੇ, ਪਰ ਨਹੀਂ, ਉਹਨਾਂ ਨੂੰ ਲੱਗਿਆ ਵੀ ਨਹੀਂ ਹੁਣ ਜੱਟ ਜਿਹੜਾ ਨਾ ਅੜੀ ਤੇ ਆ ਗਿਆ। ਜੱਟ ਦੀ ਅੜੀ ਬੜੀ ਮਾੜੀ ਹੁੰਦੀ ਹੈ, ਕਿਉਂਕਿ ਸੁਭਾਅ ਹੈ ਨਾ ਜ਼ਿਮੀਂਦਾਰਾ ਸੁਭਾਅ ਇੱਦਾਂ ਦਾ, ਕਿਉਂਕਿ ਇਹਨੂੰ ਨਿਰਭਰ ਰਹਿਣਾ ਪੈਂਦਾ ਕੁਦਰਤ ਦੇ ਉੱਤੇ। ਇਹਦੇ ਸੁਭਾਅ ਦੇ ਵਿੱਚ ਨਾ ਇੱਕ ਭਰੋਸਾ ਕੁਦਰਤੀ ਵੀ ਹੁੰਦਾ ਹੈ, ਕਿਉਂਕਿ ਬਾਕੀ ਤਾਂ ਸਾਰੇ ਜਿਹੜਾ ਵੀ ਕੋਈ ਕਾਰੋਬਾਰ ਕਰਦਾ ਹੈ ਉਹ ਪਹਿਲਾਂ ਹੀ ਉਹਦੇ ਆਪਣੇ ਸੇਫ ਗਾਰਡਸ ਬਣਾ ਕੇ ਚੱਲਦਾ ਹੈ ਕਿ ਮੈਂ ਜੇ ਮੀਂਹ 'ਚ ਆ ਗਿਆ ਤੇ ਮੇਰਾ ਸਮਾਨ ਨਾ ਭੇਜੇ, ਇਹਨੂੰ ਇੱਦਾਂ ਤਰਪਾਲ ਦੇ ਨਾਲ ਕਰ ਦਾਂਗੇ, ਇੱਦਾਂ ਸ਼ੈੱਡ ਕਰ ਲਾਂਗੇ। ਪਰ ਹੁਣ ਜੱਟ ਦੀ ਤਾਂ ਖੁੱਲ੍ਹੀ ਖੇਤੀ ਹੁੰਦੀ ਹੈ, ਉਹ ਨੀਲੀ ਛੱਤ ਦੇ ਥੱਲੇ ਸਾਰਾ ਕੁਝ ਹੁੰਦਾ ਹੈ।
ਆਪਾਂ ਵੇਖਦੇ ਹਾਂ कि कई वारी फसलां पक्कीਆਂ ਹੁੰਦੀਆਂ ਨੇ ਤੇ ਮੀਂਹ आ ਜਾਂਦਾ है, पर ਉਹਦੇ ਮਨ 'ਚ ਇੱਕ ਭਰੋਸਾ ਚੱਲਦਾ ਹੁੰਦਾ ਹੈ। ਸੋ ਉਹਦਾ ਸੁਭਾਅ ਕੁਝ ਇੱਦਾਂ ਦਾ ਬਣ ਜਾਂਦਾ ਹੈ ਆਮ ਤੌਰ 'ਤੇ। ਕਈਆਂ ਨੂੰ ਤਾਂ ਕੁਝ ਹੰਕਾਰ 'ਚ ਵੀ ਚਲੇ ਜਾਂਦੇ ਨੇ, ਐਸੇ ਨਹੀਂ ਕਿ ਸਾਰੇ ਹੀ ਨਿਰਮਲਤਾਈ ਦੇ ਵਿੱਚ ਹੁੰਦੇ ਨੇ, ਪਰ ਜ਼ਿਆਦਾਤਰ ਜਿਹੜਾ ਜੇ ਨਿਰਮਲਤਾਈ ਦੇ ਵਿੱਚ ਆ ਜਾਏ ਤਾਂ ਫਿਰ ਉੱਧਰ ਵੀ ਉਹਦਾ ਤਕੜਾ ਭਰੋਸਾ ਬਣ ਜਾਂਦਾ। ਜਿਵੇਂ ਕਿ ਭਗਤ ਧੰਨਾ ਜੀ ਦਾ ਭਰੋਸਾ, ਉਹ ਕਹਿੰਦੇ ਵੀ ਤਰਲੋਚਨ ਜੀ ਐਵੇਂ ਕਰੋ ਵੀ ਮੈਨੂੰ ਇੱਕ ਦੇ ਦਿਓ। ਜਦੋਂ ਨਹੀਂ ਮੰਨੇ ਧੰਨਾ ਜੀ ਤੇ ਫਿਰ ਉਹਨਾਂ ਨੇ ਕਿਹਾ ਵੀ ਚਲੋ ਹੁਣ ਇਹ ਜੱਟ ਅੜੀ ਤੇ ਆ ਗਿਆ, ਇਹਨੂੰ ਗਲੋਂ ਲਾਈਏ ਜਦੋਂ ਕਹਿ ਦਿੰਦੇ ਆ, ਤੇ ਪੱਥਰ ਇੱਕ ਲਪੇਟ ਕਰ। ਵੇਖੋ ਭਾਈ ਗੁਰਦਾਸ ਜੀ ਬਿਆਨ ਕਰਦੇ ਨੇ, ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛੁਡਾਵੇ। ਆਪਣਾ ਪਿੱਛਾ ਛੁਡਾਇਆ ਵੀ ਲੈ ਇੱਕ ਉਹ ਸਾਲਗ੍ਰਾਮ ਉਹਨੇ ਇੱਕ ਲਪੇਟਿਆ, ਉਹਨੂੰ ਕਹਿੰਦਾ ਵੀ ਲੈ ਧੰਨਿਆ ਆ ਲੈ ਠਾਕੁਰ, ਤੇ ਜਾ ਹੁਣ ਪੂਜਾ ਕਰ। ਤੇ ਨਾਲੇ ਉਹਨੂੰ ਸਮਝਾ ਦਿੱਤਾ ਕਿ ਸਵੇਰੇ ਉੱਠ ਕੇ ਨਾ ਇਸ਼ਨਾਨ ਕਰਨਾ, ਫਿਰ ਠਾਕੁਰ ਜੀ ਦਾ ਇਸ਼ਨਾਨ ਕਰਾਉਣਾ, ਤੇ ਫਿਰ ਪਾਠ ਪੂਜਾ ਕਰਨੀ, ਤੇ ਫਿਰ ਭੋਗ ਲਵਾਉਣਾ। ਤੇ ਧੰਨੇ ਨੂੰ ਉਸ ਨਿਰਮਲ ਮਹਾਤਮਾ ਨੂੰ ਤਾਂ ਚਾਹ ਚੜ ਗਿਆ। ਇਹ ਸਾਰੀ ਗੱਲ ਤਾਂ ਆਪਣੇ ਮਨ ਦੀ ਅਵਸਥਾ ਦੀ ਹੈ। ਮੈਂ ਇੱਕ ਵਿਚਾਰਵਾਨ ਦਾ ਵਿਚਾਰ ਸੁਣ ਰਿਹਾ ਸੀ, ਬੜਾ ਸੋਹਣਾ ਵਿਚਾਰ ਉਹਨਾਂ ਨੇ ਵਿਅਕਤ ਕੀਤਾ। ਉਹ ਕਹਿੰਦੇ ਕਿ ਦੇਣ ਵਾਲੇ ਨੇ ਧੰਨੇ ਨੂੰ ਪੱਥਰ ਦਿੱਤਾ, ਪਰ ਧੰਨੇ ਨੇ ਰੱਬ ਪਾ ਲਿਆ। ਧੰਨੇ ਨੇ ਰੱਬ ਲਿਆ, ਦੇਣ ਵਾਲਾ ਜਿਹੜਾ ਉਹਦੀ ਬਿਰਤੀ ਚਾਹੇ ਪੱਥਰ ਦੀ ਹੈ। ਧੰਨੇ ਦਾ ਭਰੋਸਾ ਹੈ। ਧੰਨਾ ਤਾਂ ਖੁਸ਼ੀ 'ਚ ਖੀਵਾ ਹੋ ਗਿਆ ਕਿ ਮੈਨੂੰ ਠਾਕਰ ਮਿਲ ਗਏ, ਮੈਨੂੰ ਠਾਕਰ ਮਿਲ ਗਏ, ਮੈਨੂੰ ਠਾਕਰ ਮਿਲ ਗਏ, ਤੇ ਇੱਕ ਵੱਖਰੀ ਮੌਜ ਦੇ ਵਿੱਚ ਆ ਗਿਆ। ਇਸ ਮੌਜ ਨੂੰ ਸ਼ਾਇਦ ਆਪਾਂ ਲੋਕ ਨਹੀਂ ਸਮਝ ਸਕਦੇ। ਜਿਹਨੂੰ ਜਿਸ ਗੱਲ ਦੀ ਬਹੁਤ ਥੋੜ ਹੋਏ ਨਾ, ਉਹਨੂੰ ਜਦੋਂ ਚੀਜ਼ ਮਿਲਦੀ ਹੈ ਨਾ, ਫਿਰ ਉਹਦੀ ਖੁਸ਼ੀ ਉਹਦੀ ਹੁੰਦੀ ਹੈ। ਜਦੋਂ ਕੀੜੀ ਘਰ ਨਾਰਾਇਣ ਹੁੰਦਾ ਨਾ, ਪਤਾ ਉਦੋਂ ਲੱਗਦਾ। ਉਹਦੇ ਵਾਸਤੇ ਉਹ ਰੱਬ ਸੀ। ਜਦੋਂ ਭਾਈ ਲਾਲੋ ਦੇ ਘਰ ਗੁਰੂ ਨਾਨਕ ਸਾਹਿਬ ਆਏ ਨੇ, ਪਤਾ ਉਦੋਂ ਲੱਗਦਾ ਹੈ। ਨਹੀਂ ਤੇ ਤਲਵੰਡੀ ਵਾਲੇ ਤਾਂ ਕੁਝ ਮੰਨਦੇ ਸੀ, ਕੁਝ ਨਹੀਂ ਵੀ ਸੀ ਮੰਨਦੇ, ਪਰ ਧੰਨੇ ਨੇ ਮਹਿਸੂਸ ਕੀਤਾ ਕਿ ਮੇਰੇ ਕੋਲ ਠਾਕੁਰ ਆ ਗਏ। ਉਹ ਲੈ ਕੇ ਹੁਣ ਚੱਲ ਪਿਆ, ਘਰੇ ਗਏ ਨੇ। ਇੱਕ ਉੱਚੀ ਜੀ ਥਾਂ, ਉੱਥੇ ਠਾਕੁਰ ਜੀ ਨੂੰ ਰੱਖਿਆ ਤੇ ਗਿਆ। ਤਰਖਾਣ ਕੋਲ ਗਏ ਤੇ ਉਹਨੂੰ ਕਹਿੰਦੇ ਵੀ ਇੱਕ ਚੌਂਕੀ ਬਣਾ ਦੇ। ਆਪਾਂ ਜਾਣਦੇ ਪਿੰਡਾਂ ਦੇ ਵਿੱਚ ਇਹ ਸਾਰੇ ਆਪੋ ਆਪਣੇ ਕਾਰ ਵਿਹਾਰ ਕਰਨ ਵਾਲੇ ਲੋਕ ਵੱਸਦੇ ਹੁੰਦੇ ਨੇ। ਸੋ ਇੱਕ ਚੌਂਕੀ ਬਣਵਾ ਲਿਆਂਦੀ ਹੈ, ਤੇ ਹੁਣ ਚੌਂਕੀ ਦਾ ਇਸ਼ਨਾਨ ਕੀਤਾ। ਉਦੋਂ ਧੋਤਾ, ਧੋ ਕੇ ਤੇ ਉਹਦੇ ਉੱਤੇ ਕੋਈ ਛੋਟਾ ਜਿਹਾ ਕੋਈ ਕੱਪੜਾ ਵਿਛਾਇਆ, ਤੇ ਉੱਤੇ ਉਹ ਸਾਲਗ੍ਰਾਮ ਜੋ ਲਿਆਂਦਾ ਠਾਕੁਰ ਜੀ ਨੂੰ ਉਹਦੇ ਤੇ ਰੱਖ ਕੇ, ਤੇ ਉੱਪਰ ਫਿਰ ਇੱਕ ਛੋਟਾ ਜਿਹਾ ਕੱਪੜਾ ਦੇ ਦਿੱਤਾ। ਸੋ ਹੁਣ ਉਹਦੇ ਅੰਦਰ ਦੀ ਬਹਿਬਲਤਾ ਵੱਧਦੀ ਜਾ ਰਹੀ ਹੈ, ਕਿਉਂਕਿ ਤਰਲੋਚਨ ਜੀ ਨੇ ਜਿਹੜੀ ਗੱਲ ਕੀਤੀ, ਉਹਨਾਂ ਨੇ
एक मर्यादा की गल की, जिवें वो रीत चली आ रही सी, रीत के हिसाब के नाल उन्होंने गल की। उन्होंने अंदर अपने अजे उन्ना भरोसा नहीं सी, अपने अंदर अजे वो गल नहीं सी, पर धन्ना जिहड़ा है हुण भोले भाव च वो हुण उहनूं रब समझ के ते उहदी पूजा शुरू करन लगा। हुण पंडित जी ने कहा सी कि सवेरे उठ के जिवें आपां अमृत वेले उठते हैं, अमृत वेले उठ के पहला आप इशनान करना, ठाकुर जी का इशनान करवाउणा है, ते फिर बैठ के कोई बंदगी करनी है, ते नाले फिर भोग लवाउणा है ठाकुर। सो अज भी बेअंत दुनिया दे विच ठाकुर द्वारे ने जिथे भी पूजा अर्चना होंदी है वख-वख ढंगां दे नाल। सो इसे मर्यादा के हिसाब के नाल ज़्यादातर हुंदा है। कई जगह ते भजन कीर्तन भी हुंदे ने, आरती भी हुंदी है। सो बाबा धन्ना जी नूं जो उन्होंने कहा सी ते उन्हां नूं हुण क्योंकि जदों घरे आए तो आउंदिआं नूं शाम पै गई सी, हुण रात नूं उन्होंने आसन तां ला दिता ठाकुर जी का, पर हुण रात नहीं लंघदी। हुण रात लंघनी औखी हो गई। सो ये अपनियां सोचां दे विच ने कि हुण सवेरे मैं ठाकुर की सेवा करनी है, ते नाले ठाकुर नूं फिर मैं सवेरे भोग लवाउणा, ते फिर नाले मैं जो कुछ मैनूं चाहीदा ना फिर मैं वो मंगूंगा, मैं वो मंग लेना। विचारां करदे ने मन च किहड़ी किहड़ी चीज़ की लोड़ आ, फिर सोचते ने भी मैनूं तां बड़ा कुछ चाहिदा। सो इदां ही विचारां करदे मन दे विच ही छोटा जिहा तां कुटिया नुमा घर आ, ते हुण नींदर नहीं पै रही। इन्हां विचारां दे विच ही लेटे होए ने, ते उधरों कुक्कड़ दी बांग जिहदे नाल के आपां जाणदे कि पुरातन समय दे विच जो है वो ज़्यादातर लोग उठते सी, बंदगी वाले तां जरूर उठते सी, वैसे आम तौर पर भी जिमीदार भी उस बांग दे नाल उठ के ते अपने कार विहार च लगदे। सो बाबा धन्ना जी इस प्यार दे विच ने एक बड़ा ही उत्साह आ, बड़ा चाह आ। सो उस चाह नूं आपां महसूस करना है। अगों आपां विचार जारी रखांगे बड़े प्यार जी दे विच, क्योंकि जिस प्यार दे विच बाबा धन्ना जी ने आपां नूं भी थोड़ा जिहा उस प्यार विच आउणा पएगा, फिर ही ये गल अपने हिरदे दे विच वसेगी। सो एक छोटा जिहा इत्थे विश्राम लैके असीं बहुत जल्दी हाज़र हो रहे हैं। एवड ऊचा होवै कोई, तिस ऊचे को जाने सोए। गुरबाणी दे विच ये सतगुर सच्चे पातशाह जी ने जो ज्ञान बख्शिया, इनू जे आपां अपनी अज दी विचार दे नाल जोड़न के वेखीए ते उत्थे भी बिल्कुल उवें ही टुकदा है। भगत धन्ना जी दे जन्म दिहाड़े दे मौके ते आपां विचार कर रहे हैं उन्हां नूं रब मिलिया किवें, मिले परतख गुसाइयां धन्ना वडभागा। क्योंकि आपां जाणदे हैं कि गुरु अर्जन साहब जी ने भाई गुरदास जी दी बाणी नूं वारां नूं वर दिता सी कि गुरबाणी दी कुंजी है। सो बहुत सारे वेरवे जिहड़े ने वो खुल के भाई गुरदास जी ने बयान किए हुए ने अपनी रचनावां दे राहीं। सो आपां जिहड़ा विचार करते पे हैं वो भाई गुरदास जी की 10वीं वार की 13वीं पौड़ी है, जिस दे विच के ये सारा बिरतांत भगत धन्ना जी का जो दर्ज है।
ਆਪਾਂ ਵਿਚਾਰ ਕੀਤੀ ਕਿ ਕਿਸ ਢੰਗ ਦੇ ਨਾਲ ਭਗਤ ਧੰਨਾ ਜੀ ਨਿਰਮਲ ਬੁੱਧ ਬਿਲਕੁਲ ਨਿਸ਼ਕਪਟ ਸੋਏ ਗਾਈਆਂ ਚਰਾਉਂਦੇ ਚਰਾਉਂਦੇ ਖਿੱਚ ਪਈ। ਪੰਡਿਤ ਤਰਲੋਚਨ ਨੇ ਉੱਥੇ ਜਿਹੜੇ ਸੇਵਾ ਕਰਦੇ ਨੇ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਹੋਇਆ। ਉਹਨਾਂ ਨੇ ਕਿਹਾ ਕਿ ਠਾਕੁਰ ਦੀ ਸੇਵਾ ਕਰੇ ਜੋ ਇੱਛਾ ਸੋਈ ਫਲ ਪਾਵੇ। ਹੁਣ ਪਿਆਰ ਦੇ ਵਿੱਚ ਆ ਗਏ ਨੇ, ਕਹਿੰਦੇ ਮੈਨੂੰ ਤਾਂ ਬੜਾ ਕੁਝ ਚਾਹੀਦਾ ਤੇ ਕਿਉਂ ਨਾ ਮੈਂ ਸੇਵਾ ਹੁਣ ਘਰ ਜਾ ਕੇ ਕਰਾਂ। ਮੈਂ ਪੱਕਾ ਹੀ ਠਾਕੁਰ ਨੂੰ ਆਪਣੇ ਨਾਲ ਹੀ ਰੱਖਾਂਗਾ ਕਿਉਂਕਿ ਮੇਰੇ ਕੰਮ ਬਹੁਤੇ ਨੇ ਤੇ ਹੈ ਮੈਂ ਇਕੱਲਾ ਹੀ ਹਾਂ ਤੇ ਮੇਰੇ ਭਾਈ ਦੇ ਵੀ ਬੜੇ ਕੰਮ ਨੇ। ਇਹ ਸਾਰੀਆਂ ਗੱਲਾਂ ਸਾਨੂੰ ਅੱਜ ਮੇਰੇ ਖਿਆਲ 21ਵੀਂ ਸਦੀ 'ਚ ਥੋੜ੍ਹੀਆਂ ਜਿਹੀਆਂ ਹੋ ਸਕਦਾ ਵੱਖਰੀਆਂ ਜਿਹੀਆਂ ਲੱਗਦੀਆਂ ਹੁਣ, ਪਰ ਪਿੱਛੇ ਜਦੋਂ ਸ਼ਤਾਬਦੀ ਮਨਾਈ ਸੀ ਉੱਥੇ ਜਾ ਕੇ ਅਸੀਂ ਦੇਖਿਆ ਉੱਥੇ ਦੇ ਲੋਕ ਅਜੇ ਵੀ ਬੜੇ ਭੋਲੇਪਨ 'ਚ ਨੇ, ਕਿਉਂਕਿ ਅਸੀਂ ਜਿੱਦਾਂ ਜਿੱਦਾਂ ਸਮੇਂ ਦੇ ਨਾਲ ਬੁੱਧ ਵਿਕਸਿਤ ਹੋਈ ਜਾਂਦੀ ਅਸੀਂ ਥੋੜ੍ਹਾ ਜਿਹਾ ਉਹਨਾਂ ਦੇ ਨਾਲੋਂ ਇਸ ਪੱਖ ਤੋਂ ਜ਼ਿਆਦਾ ਵਿਕਸਿਤ ਹੋਵਾਂਗੇ। ਅਤੇ ਕਈ ਵਾਰੀ ਜਿਹੜਾ ਗਿਆਨ ਉਹ ਸਾਨੂੰ ਸਾਡਾ ਚਿੱਤ ਕਠੋਰ ਕਰ ਦਿੰਦਾ, ਪਰ ਉਹਨਾਂ ਦਾ ਪਿਆਰ, ਉਹਨਾਂ ਦੀ ਅਵਸਥਾ ਉਹਨੂੰ ਠਾਕੁਰ ਜੀ ਨੂੰ ਲੈ ਆਂਦਾ। ਪੰਡਿਤ ਜੀ ਨੇ ਤਾਂ ਜਿਵੇਂ ਕਿਸੇ ਨੂੰ ਕਹੀਦਾ ਵੀ ਚੱਲ ਯਾਰ ਹੁਣ ਇਹਨੂੰ ਗਲੋਂ ਲਾਈਏ ਤਾਂ ਹਟਦਾ ਹੀ ਨਹੀਂ। ਸੋ ਜਦੋਂ ਮੰਨ ਨਹੀਂ ਸੀ ਰਹੇ, ਬਾਰ ਬਾਰ ਇਹੋ ਹੀ ਬੇਨਤੀ ਕਰੀ ਜਾ ਰਹੇ ਸੀ, ਧੰਨਾ ਕਰਦਾ ਜੋਦੜੀ ਮੈਂ ਵੀ ਦੇਹ ਇੱਕ ਜੇ ਤੁਧ ਭਾਵੈ। ਅਤੇ ਉਹਨਾਂ ਨੇ ਦੇ ਦਿੱਤਾ ਇੱਕ, ਜਿਵੇਂ ਕਿ ਇੱਥੇ ਬਿਆਨ ਕੀਤਾ ਕਿ ਇੱਕ ਪੱਥਰ ਉਹਨਾਂ ਨੇ ਲਪੇਟ ਕੇ ਦੇ ਦਿੱਤਾ ਵੀ ਲਓ ਲੈ ਜਾਓ ਤੁਸੀਂ ਅਤੇ ਇੱਦਾਂ ਸੇਵਾ ਕਰਿਓ। ਅਤੇ ਹੁਣ ਇਹਨਾਂ ਦੇ ਮਨ ਦੇ ਵਿੱਚ ਜੋ ਆਪਣੀ ਸ਼ਰਧਾ ਪੂਰੀ ਹੈ। ਹੁਣ ਆਣ ਕੇ ਆਪਣੀ ਚੌਂਕੀ ਤਿਆਰ ਕਰਵਾਈ ਹੈ ਪਿੰਡ ਦੇ ਤਰਖਾਣ ਤੋਂ, ਅਤੇ ਉਹਦੇ ਉੱਤੇ ਆਸਣ ਕਰ ਦਿੱਤਾ। ਰਾਤ ਹੁਣ ਗੋਂਦਾਂ ਗੁੰਦਦੇ ਲੰਘੀ ਹੈ, ਇਹੀ ਵਿਚਾਰਾਂ 'ਚ ਰਾਤ ਲੰਘ ਗਈ ਵੀ ਕਿੱਦਾਂ ਕਰਾਂਗੇ ਕਿੱਦਾਂ ਕਰਾਂਗੇ। ਹੁਣ ਤਾਂ ਠਾਕੁਰ ਆ ਗਏ, ਹੁਣ ਤਾਂ ਸਾਰਾ ਕੁਝ ਹੋ ਜਾਣਾ। ਐਡੇ ਵੱਡੇ ਭਰੋਸੇ 'ਚ ਨੇ ਕਿ ਰਾਤ ਨੀਂਦ ਹੀ ਨਹੀਂ ਪਈ ਅਤੇ ਕੁੱਕੜ ਨੇ ਬਾਂਗ ਦੇ ਦਿੱਤੀ। ਹੁਣ ਉੱਠੇ ਨੇ ਬੜੇ ਚਾਅ 'ਚ, ਅਤੇ ਬੜੇ ਚਾਅ ਜਾ ਕੇ ਖੁਦ ਇਸ਼ਨਾਨ ਕੀਤਾ, ਜਲ ਲਿਆਂਦਾ, ਠਾਕੁਰ ਜੀ ਦਾ ਵੀ ਇਸ਼ਨਾਨ ਕਰਾਇਆ ਅਤੇ ਫਿਰ ਉਹਨਾਂ ਦਾ ਆਸਣ ਸਜਾ ਲਿਆ। ਅਤੇ ਹੁਣ ਹੋਰ ਬਹੁਤਾ ਕੁਝ ਤਾਂ ਆਉਂਦਾ ਨਹੀਂ, ਅਤੇ ਫਿਰ ਸਾਹਮਣੇ ਬਹਿ ਗਏ ਨੇ ਚੌਂਕੜਾ ਮਾਰ ਕੇ। ਕੁਝ ਜਿੰਨਾ ਕੁ ਕੁਝ ਆਉਂਦਾ ਹੋਏਗਾ, ਕੁਝ ਨਾ ਕੁਝ ਕੋਈ ਰਾਮ ਜਾਂ ਜੋ ਵੀ ਉਸ ਵੇਲੇ ਦੀ ਬੰਦਗੀ ਦਾ ਸਰੂਪ ਹੋਏਗਾ। ਸੋ ਬੈਠ ਗਏ ਨੇ ਸਾਹਮਣੇ, ਅਤੇ ਫਿਰ ਥੋੜ੍ਹਾ ਜਿਹਾ ਸਮਾਂ ਬੈਠੇ ਨੇ, ਪਾਵਨੀ 'ਚ ਬੈਠੇ ਨੇ, ਜਿਵੇਂ ਰੱਬ ਦੇ ਸਾਹਮਣੇ ਬਹਿਣਾ ਹੁੰਦਾ ਨਾ। ਹਰ ਚੀਜ਼ ਸਾਡੀ ਸੋਚ 'ਤੇ ਨਿਰਭਰ ਕਰਦੀ ਹੈ, ਅਸੀਂ ਕੀ ਸੋਚਦੇ ਹਾਂ ਅਤੇ ਕਿੱਦਾਂ ਬਿਹੇਵ ਕਰਦੇ ਹਾਂ ਉਸ ਚੀਜ਼ ਦੇ ਉੱਤੇ ਨਿਰਭਰ ਕਰਦੀ ਹੈ। ਹੁਣ ਘਰੇ ਹੈ ਵੀ ਇਕੱਲੇ ਨੇ, ਫਿਰ ਉੱਠੇ ਆ, ਆਪਣਾ ਚੁੱਲ੍ਹਾ ਚੌਂਕਾ ਸਾਫ਼ ਕੀਤਾ ਹੈ, ਆਟਾ ਗੁੰਨਿਆ, ਰੋਟੀ ਲਾਈ ਹੈ, ਦੁੱਧ ਚੋਇਆ, ਉਹਦਾ ਮੱਖਣ ਕੱਢਿਆ, ਲੱਸੀ ਬਣਾਈ ਹੈ। ਹੁਣ ਉਸ ਸਾਧ ਮੁਰਾਦੇ ਧੰਨੇ ਜੱਟ ਦੇ ਘਰ ਹੁਣ ਰੱਬ ਆਇਆ ਹੋਇਆ, ਅਤੇ ਹੁਣ ਜੋ ਉਹ ਪੇਸ਼ ਕਰ ਸਕਦਾ ਸੀ ਉਹਨੇ ਆਪਣਾ ਲੱਸੀ ਰੱਖਤੀ ਹੈ, ਮੱਖਣ ਰੱਖਤਾ, ਅਤੇ ਉਹ ਜੋ ਪ੍ਰਸ਼ਾਦਾ ਪਕਾਇਆ ਉਹ ਰੱਖ ਦਿੱਤਾ। ਅਤੇ ਹੁਣ ਛੋਟਾ ਜਿਹਾ ਕੋਈ ਪੱਲਾ ਲੈ ਕੇ ਅਤੇ ਉੱਤੋਂ ਢੱਕਤਾ, ਅਤੇ ਜਿਵੇਂ ਉਹਨਾਂ ਨੇ ਦੱਸਿਆ ਸੀਗਾ ਤਰਲੋਚਨ ਜੀ ਨੇ, ਉਹ ਉਸ ਹਿਸਾਬ ਦੇ ਨਾਲ ਹੁਣ ਬੇਨਤੀ ਕੀਤੀ ਆ ਕਿ ਠਾਕੁਰ ਜੀ ਛਕੋ, ਭੋਗ ਲਾਓ। ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਬਿਆਨ ਕੀਤਾ, ਠਾਕੁਰ ਨੂੰ ਨਿਵਾਲ ਕੇ 6 ਰੋਟੀ ਲੈ ਭੋਗ ਚੜਾਵੇ।
ਲੱਸੀ ਤੇ ਰੋਟੀ ਲੈ ਕੇ ਤੇ ਹੁਣ ਭੋਗ ਵਾਸਤੇ ਰੱਖ ਦਿੱਤੀ ਹੈ। ਹੁਣ ਥੋੜੀ ਦੇਰ ਬੈਠੇ ਨੇ ਤੇ ਥੋੜਾ ਜਿਹਾ ਪੱਲਾ ਚੁੱਕ ਕੇ ਵੇਖਿਆ ਤੇ ਉਹ ਭੋਗ ਨਹੀਂ ਲੱਗਿਆ। ਠਾकुर जी ने तो ਛਕਿਆ ਨਹੀਂ। ਹੁਣ ਜਿਹੜੇ ਉਹ ਬਾਹਮਣ ਤਲੋਚਨ ਸੀਗੇ ਉਹ ਤਾਂ ਇੱਕ ਮਰਿਆਦਾ ਦੇ ਅਨੁਸਾਰ ਅਰਦਾਸ ਕੀਤੀ ਤੇ ਫਿਰ ਕੁਝ ਸਮੇਂ ਬਾਅਦ ਉਹ ਥਾਲਾ ਚੁੱਕ ਲਿਆ। ਪਰ ਇਹ ਹੁਣ ਇਹਨੂੰ ਉਹ ਉੱਦਾਂ ਦੀ ਉਸ ਮਰਿਆਦਾ ਦੇ ਬਾਰੇ ਤਾਂ ਕੋਈ ਬਹੁਤਾ ਪਤਾ ਨਹੀਂ। ਇਹ ਤਾਂ ਹੁਣ ਭਗਤ ਨਾਮਦੇਵ ਵਾਂਗੂ ਹੁਣ ਇੱਕ ਪਿਆਰ ਭਰੀ ਅੜੀ ਦੇ ਵਿੱਚ ਆ ਰਿਹਾ। ਹੱਥ ਜੋੜ ਮਿੰਨਤਾਂ ਕਰੈ ਪੈਰੀਂ ਪੈ ਪੈ ਬਹੁਤ ਮਨਾਵੈ। ਆਹ ਪੰਕਤੀ ਜਿਹੜੀ ਹੈ ਨਾ ਇਹਨੂੰ ਸਮਝਣਾ ਪਏਗਾ। ਇਸ ਪੰਕਤੀ ਨੂੰ ਸਮਝਣਾ ਪਏਗਾ ਕਿ ਭੇਤ ਕੀ ਹੈ, ਰੱਬ ਨੇ ਕਿਉਂ ਭੋਗ ਲਵਾਇਆ। ਹੱਥ ਜੋੜ ਮਿੰਨਤਾਂ ਕਰੇ, ਤਰਲਿਆਂ ਤੇ ਆ ਗਿਆ। ਉਹਨੂੰ ਬਹੁਤੇ ਕੋ ਵਧੀਆ ਵਧੀਆ ਲਫ਼ਜ਼ ਨਹੀਂ ਸੀ ਆਉਂਦੇ, ਨਾ ਕੋਈ ਬਹੁਤਾ ਗਿਆਨਵਾਨ ਸੀ, ਪੜ੍ਹਿਆ ਲਿਖਿਆ ਨਹੀਂ ਸੀ ਉਹਨਾਂ, ਬਲਕਿ ਬਹੁਤ ਘੱਟ ਹੀ ਹੋ ਗਿਆ। ਹੁਣ ਹੱਥ ਜੋੜ ਮਿੰਨਤਾਂ ਕਰੇ। ਭਾਈ ਗੁਰਦਾਸ ਜੀ ਨੇ ਮਿੰਨਤਾਂ ਲਫ਼ਜ਼ ਵਰਤਿਆ। ਮਿੰਨਤ ਆਪਾਂ ਸਮਝ ਸਕਦੇ ਹਾਂ ਵੀ ਆਪਾਂ ਮਿੰਨਤਾਂ ਕਦੋਂ ਕਰਦੇ, ਜਦੋਂ ਬਹੁਤ ਹੀ ਠਾਕੁਰ ਜੀ ਵੇਖ ਲਓ ਹੁਣ ਏਦਾਂ ਨਾ ਕਰੋ। ਮੈਨੂੰ ਪਤਾ ਉਹ ਪੰਡਤ ਜੀ ਉਹਨਾਂ ਕੋਲ ਤਾਂ ਕਈ ਤਰ੍ਹਾਂ ਦੇ ਪਕਵਾਨ ਨੇ, ਹੁਣ ਮੇਰੇ ਗਰੀਬ ਕੋ ਤਾਂ ਹੈ ਹੀ ਇਹੀ ਆ। ਜਦੋਂ ਕੋਈ ਪਿਆਰ ਦੇ ਵਿੱਚ ਆ ਕੇ ਬੇਨਤੀ ਕਰਦਾ ਹੈ ਨਾ, ਉਹ ਰੱਬ ਕੋਈ ਪੱਥਰ ਦਿਲ ਥੋੜ੍ਹਾ ਹੈ। ਕੋਈ ਭੋਲੇ ਭਾਅ 'ਚ ਧੰਨੇ ਵਾਂਗੂ ਬੇਨਤੀ ਤਾਂ ਕਰੇ। ਉਨੀ ਨਿਰਮਲ ਮਤ, ਉਨੀ ਨਿਰਮਲ ਬੁੱਧ ਦੇ ਵਿੱਚ ਆ ਕੇ ਬੁਲਾਵੇ ਤਾਂ ਸਹੀ। ਉਹ ਆਉਂਦਾ ਹੈ, ਸਦਾ ਹੀ ਆਉਂਦਾ ਹੈ। ਇਤਿਹਾਸ 'ਚ ਹਵਾਲਾ ਪ੍ਰਾਪਤ ਹੁੰਦਾ ਹੈ ਕਿ ਭਗਤ ਨਾਮਦੇਵ ਜੀ ਨੂੰ 72 ਵਾਰ ਰੱਬ ਦੇ ਦਰਸ਼ਨ ਹੋਏ ਨੇ। ਹੱਥ ਜੋੜ ਮਿੰਨਤਾਂ ਕਰੈ ਪੈਰੀਂ ਪੈ ਪੈ ਬਹੁਤ ਮਨਾਵੈ। ਹੁਣ ਤਰਲਿਆਂ ਤੇ ਠਾਕੁਰ ਜੇ ਤੂੰ ਨਾ ਆਇਆ ਨਾ ਤੇ ਮੇਰਾ ਤਾਂ ਕੁਝ ਵੀ ਨਹੀਂ ਬਣਨਾ। ਮੈਂ ਤਾਂ ਬੜੀ ਉਮੀਦ ਦੇ ਨਾਲ ਮੈਂ ਤਾਂ ਬੜੀਆਂ ਉਮੀਦਾਂ ਲਾਈਆਂ ਨੇ ਕਿ ਤੂੰ ਆਏਗਾ ਤੇ ਮੇਰਾ ਕੰਮ ਸੌਰ ਜਾਣਾ। ਠਾਕੁਰ ਆ ਜਾ। ਮੰਨਿਆ ਕਿ ਮੈਂ ਗਰੀਬ ਆ, ਮੇਰੇ ਕੋਲ ਕੋਈ ਬਹੁਤੇ ਵਧੀਆ ਪਕਵਾਨ ਨਹੀਂ, ਮੈਂ ਤਾਂ ਇਹੀ ਰੁੱਖੀ ਮਿੱਸੀ ਤੇਰੇ ਅੱਗੇ ਰੱਖੀ ਆ, ਪਰ ਤੂੰ ਆ ਜਾ। ਠਾਕੁਰ ਤੂੰ ਆ ਜਾ, ਆ ਭੋਗ ਲਾ, ਆ ਮੇਰੇ ਕੋਲ ਬੈਠ, ਮੈਂ ਤੇਰੇ ਨਾਲ ਗੱਲਾਂ ਕਰਨੀਆਂ ਨੇ। ਗੁਰਬਾਣੀ ਦੇ ਵਿੱਚ ਮਹਾਰਾਜ ਬਖਸ਼ਿਸ਼ ਕਰਦੇ ਨੇ, ਭਗਤ ਸੰਗ ਪ੍ਰਭ ਗੋਸ਼ਟ ਕਰਤਾ। ਭਗਤਾਂ ਦੇ ਨਾਲ ਰੱਬ ਵਿਚਾਰਾਂ ਕਰਦਾ ਹੈ। ਰੱਬ ਹੱਥ ਜੋੜ ਮਿੰਨਤਾਂ ਕਰੇ ਪੈਰੀ ਪੈ ਪੈ ਬਹੁਤ ਮਨਾਵੈ। ਬੜੇ ਤਰਲੇ ਮਾਰੇ, ਬੜੇ ਤਰਲੇ ਮਾਰੇ। ਕਾਫੀ ਸਮਾਂ ਗੁਜ਼ਰ ਗਿਆ ਤਰਲੇ ਮਾਰਦਾ, ਪੈਰੀ ਪਈ ਜਾ ਰਿਹਾ, ਡੰਡੌਤਾਂ ਕਰੀ ਜਾ ਰਿਹਾ। ਠਾਕੁਰ ਆ ਜਾ, ਆ ਮੇਰੇ ਗਰੀਬ ਦੇ ਝੌਂਪੜੀ 'ਚ ਵੀ ਆ। ਤੈਨੂੰ ਪਤਾ, ਤੈਨੂੰ ਗਰੀਬ ਨਵਾਜ ਕਹਿੰਦੇ ਨੇ। ਤੇਰੀਆਂ ਪੁਰਾਣੀਆਂ ਸਾਖੀਆਂ ਵੀ ਮੈਂ ਸੁਣੀਆਂ ਨੇ ਕਿ ਤੂੰ ਕਿਵੇਂ
सुदामे की गरीबी कट्टी ही, मैं भी तो उदां दा ही गरीब हाँ। ठीक है, मैं तेरा जमाती नहीं, मैं तेरा यार नहीं, पर तू कृपा कर, तू आ तो जा, आ अपनी आड़ी पै जानी है, तू आ जा मेरे कोल, आ जा। फिर भी अजे भोग नहीं लगा, पैरी पै पै बहुत मना। इधर बहबलता चलती पई है, भगत की बहबलता चलती पई है, उधर रब नूं भी तारां खड़कदियां पईयां ने कि एक प्यारा प्यार विच भेजा है, अरदासां करदा पिया, जोदड़ियां करदा पिया। हुण हुण जट जफा मारन लगा, कहंदा हों भी मूँह ना जुठालसां, हों भी मूँह ना जुठालसां, तू रुठा मैं किह ना सुखावै। जे तू मेरे तो रुस गया ना, तो जा फिर मैं भी नहीं खानी, जे तू नहीं खांदा तो मैं भी नहीं खानी। जिद्दां नियाणे धन्ने पाया बाल बुद्ध, इसे लिए तो कहंदे आ। भोला भाऊ गोबिंद मिलावै, भोले भा दियां गल्लां ने, बहुते दिमागां वालियां नूं कई वारी समझ नहीं आ सकदियां। उस भोले भा दे विच आके हुण वो भोले भा च रुस के बैठा, कोई चतुराई थोड़ी है, कोई बनदी चतुराई नहीं। हुण रुस के बह गया भी ठीक है, असी माड़े सही, असी गरीब हाँ, तू तो वधिया वधिया पकवानां नूं भोग लाउंदा है ना, ठाकुर द्वारियां च तो तेरे वास्ते वधिया वधिया पकवान आउंदे ने, तैनूं भोग लगदे ने, तू उन्हां दा छकदा, साडा थोड़ा छकेगा। सो इदां अपने मन दे विच वलवले बेनतियां करी जा रहा, अड़ के बह गया कि हाँ भी मूँह ना जुठालसां, जे तू ही रुस गया तो फिर मैनू हुण की है, मैं की करना। मैं तो बड़ी उम्मीद ना तैनू घर लैके आया, मैं बड़ी उम्मीद ना तैनू घर लैके आया, तू इदां ना कर, तू मन जा। हुण अड़ के बह गया, कहंदा भी ठीक है, जे तू नहीं ना आउणा ते मैं भी हुण इत्थे ला लिया धरना तेरे दर ते, जे तू नहीं छकना तो मैं भी नहीं छकना। हुण भावें प्राण देने पै जाण, हुण ये मोर्चा लग गया। हुण एक प्यार वाले दी बेनती ते प्यार वाले दा हठ है, सो रब ने महसूस किया कि जे किते इत्थे ही प्राण त्याग गया ना, तो लोकां दा भरोसा नहीं रहना, निंदकां नूं बड़ियां गल्लां करन दा मौका मिल जाना। प्यार दा बज्झा है ना रब, मेरी बांधी भगत छिड़ावे, बांधी भगत ना छूटै मोह। सो एक सादे जे जट दी कुटिया दे विच छोटे जे घर है, झोंपड़ी नुमा, हुण छोटा जिहा आसण लगा, रोटी रखी है, लस्सी है, नाल थोड़ा जिहा मक्खण कढ के रखिया, ते एक सीधा जिहा बाबा धन्ना हथ जोड़ के बैठा, कहंदा भी ठीक है ठाकुर, हुण मैं की कर सकदा, मेरे कोल तां हुण यही है, जे तू नहीं खाना तो मैं भी नहीं खाना। ते हुण रब नूं मेहर दे घर विच आउणा पै गया। मिले प्रतख गुसाइयां धन्ना वडभागा, भाई गुरदास जी बड़े प्यार दे विच वर्णन करते हैं।
गुसाई प्रतख होए। गुसाई प्रतख होए, प्रगट हो गए ने हुण उत्थे। अपने भगत की लाज, प्यार की लाज रखण दी प्रगट हो गए ने। रोटी खाए शाहे मुख लावै। बिल्कुल स्पष्ट रूप दे विच भाई गुरदास जी ने इत्थे वर्णन किया कि ठाक गुसाई प्रतख होए, प्रतख हो गए ने गुसाई, प्रतख हो के आसन ते आन बिराजे ने ते रोटी खाए शाहे मुख लावै। हुण जिहड़ी रोटी रखी सी छक लई है, लस्सी शाहे मुख लावै, लस्सी भी छक लई है। जदों भगत ने तक्या वो तो बौरा हो गया, भगत तो बौरा हो गया, मस्ताना हो गया। और ठाकुर तुसी आ गए, तुसी आ गए, तुसी आ गए। जिन्हों थोड़ा जिहा महसूस करना होए ना तो मैनू लगदा गुरला दोरे, गुरला दोरे, गुरला दोरे। थोड़ी जी भावना सानू इत्थे नज़र आ सकती है। खुशी किन्नी क खुशी हुई होएगी, मैनू लगदा कि वो आपां महसूस कर सकते हैं। जदों भाई मक्खण शाह लोबाणे नूं पता लग गया सी कि भोरे दे विच बैठे गुरु तेग बहादुर साहब ने कोठे ते चढ़ के रौला पाया सी ना, ते हुण धन्ने दी खुशी भी कोई अंत नहीं रह गया, मस्ताना हो गया। रब आ गया, रब ने प्रशादा छक लिया। भोला पा गोबिंद मिलावे, भोला पाओ, भोले भाव दे विच ही है सारा कुछ। ये सारियां खेडां भोले भाव दियां ने, प्यार दियां ने, बिल्कुल निष्कपट, कोई वल फरेब नहीं। साडे मन च तां जलेबी जिन्ने वल हुंदे ने, फिर सानू फिर इहो जिहियां साखियां जिहड़ियां ने कई वारी साडे मनण च नहीं आउंदियां। पर भोला पाओ गोबिंद मिलावै, रब आ गया, बैठा है। ते हुण फिर रब दा सुभाਅ हुंदा ना, समा उस वेले कृष्ण महाराज की भगती करते सी, कृष्ण महाराज के रूप में आए ने। ते हुण रब कहंदा भी दस फिर धनिया क्यों इन्ना वैराग कर रहा सी, क्यों इस बैबलता च सी, की चाहिदा तैनूं दस। फिर बड़ियां विचारां करके रखियां होईयां सी। फिर एक शब्द उन्हां दा गुरबाणी दे विच अंकित है, जिथों आपां आरंभता कीती सी, गोपाल तेरा आरता जो जन तुमरी भगत करन ते तिनके काज सवारता। तू उन्हां दे काज सवार देना ना जिहड़े तेरी भगती करते ने। मेरे ते मेहर कर, मैं तां बड़ा गरीबड़ा जिहा। दाल सींदा मांगू घीओ, हमरा खुशी करे नित जियो। बड़ी की सादगी विच बिल्कुल कोई बहुते घुम घुमा के गल नहीं कीती, सीधी जी गल कीती है कि ठाकुर जी इदां करो, फिर दाल दे दिओ, सीधा आटा दे दिओ ते घ्यो दे दिओ। दाल सीधा मांगू घीओ, हमरा खुशी करें ते जियो। ते ऐसी किरपा करो फिर जदों मैं छका ना, तुहानूं भोग लवा के जदों छकां ते फिर ऐ चित्त च खुशी आ जाए, खेड़ा आ जाए। फिर कहंदे होर ते बाबा धन्ना जी कहंदे, पन्नियां शादन नीका
अनाज मांगो सत सीका। कहते होर मेहर कर दिओ। भगवान पुछदे आ ना भी होर दस, चल ये तो दिता, होर दस, क्योंकि ये तो मुढ़लियां लोड़ां सी ना पेट पूर्ति दियां। ते कहते होर, कहते फिर इदां करो कि पनिया शादन नीका, अनाज मांगो सत सीका। एक जुत्ती दे दिओ हाँ वधिया, ते कपड़ा वधिया दे दिओ। पनिया जोड़ा जुत्ती, छादन कपड़ा, वधिया कपड़ा दे दिओ, नीका वधिया जोड़ा दे दिओ ते वधिया कपड़े दे दिओ। हाँ ते सत सीका अनाज, अनाज मांगो सत सीका। जिहड़ी पैली 7 वारी वाह के जिहड़ा अनाज उग्या होए ना, ये बहुत वधिया ढंग दे नाल जिहड़ा अनाज पैदा होया होए वो अनाज दिओ। हुण थोड़ी जी उत्सुकता वध गई, हुण वधिया वधिया चीज़ां मंगण लग पे ने। पनिया शादन नीका, अनाज मांगो सत सीका। कहंदे चल ये भी दिता धन्या, होर दस होर की चाहिदा। कहंदे फिर गऊ भैंस मंगो लावेरी, एक ताजन तुरी चंगेरी। हुण उस तो अगे गल चली गई है। हुण माल डंगर भी दे दिओ, लवेरियां दे दिओ, लवेरी दे दिओ दुध देण वाली। गऊ भैंस मंगो लावेरी, गां मझ लवेरी दे दिओ, दुध होएगा तो बरकतां रहणगियां, तुहाडी भी सेवा करूँगा, आप भी छकूँगा। गऊ भैंस मंगो लावेरी, एक ताजन तुरी चंगेरी। तो जे बहुते खुश होया ना तो एक चंगी घोड़ी दे दिओ, वधिया अरबी घोड़ी, जिद्दां बहुत ही वधिया घोड़ियां जिहड़ा। एक ताजन घोड़ी तुरी चंगेरी, एक वधिया अरबी घोड़ी दे दिओ। हाँ जे एडे मेहरबान होए। रब कहंदा ठीक है धन्या, ये भी देवांगे। गऊ भैंस मंगो लावेरी, एक ताजन तुरी चंगेरी। कहंदे होर दस। हुण धन्ना थोड़ा थोड़ा नाले शर्माउंदा है ते नाले ठाकर नूं कहंदा कि घर की गीहन चंगी, जन धन्ना लेवै मंगी। जे एडे मेहरबान हो तो हुण मैनूं कोई चंगी जी घर वाली भी दे दिओ। हाँ एक चंगी घर वाली दे दिओ। हुण घर दे विच सारा कुछ होऊ तो फिर चंगी घर वाली होऊ ना तो वधिया सांभूगी, तो असीं तुहाडी वधिया सेवा करिया करांगे। घर की गीहन चंगी, जन धन्ना लेवै मंगी। हुण धन्ना जी ने इवें मंगिया रब तो। रब मेहरबान होया, रब ने मेहरां कीतियां, सब दातां दे दित्तियां। समा पा के एक वधिया घराने दे विच उन्हां दी शादी हो गई है। सब दातां आ गईयां, घोड़ी आ गई है, माल डंगर वधिया हो गया, सारा कुछ वधिया, भंडारे भर गए ने। ते है भोले भा साधु फिर सारियां नूं दस्सिया कि ये खेडां ने। रब कहंदा दस होर धन्या की चाहिदा जी। कहंदे फिर जदों मेरे जी करे ना मैनूं दर्शन दे जा करे, जदों मैं याद करा ना मैनूं दर्शन दे जा करो। ते मेरा ना काम बड़ा वा, ते मेरे कोल होर कोई काम वाला है नहीं, ते तुसीं आके ना मेरे नाल काम करा जा करो। सो आपां जाणदे हां इतिहास दे विच वर्णन आउंदा कि रब ने आके धन्ने दीयां गऊआं भी चारियां, नक्के भी मोड़े, खूह भी चलाए। सो अज भी उत्थे भगत धन्ना जी दा वो खूह मौजूद है। सो ये प्यार दीयां बातां ने, भोला पाओ गोबिंद मिलावै। उस भोले भा दे विच आ करके धन्ना जी ने पाया, तो साडे सारियां वास्ते वो भरोसा पैदा किया कि रब नूं जे प्यार दे नाल याद करोगे ना
वो आ जाता जे। ठीक है, ये कोई हासा मखौल भी नहीं है, उन्हों का कर मोडा उच्चा होएगा, पिछली बंदगी ओडी तगड़ी होएगी, पर प्यार का बज्झा वो आउंदा है। साच कहूँ सुन लिहो सभै, जिन प्रेम कियो तिन ही प्रभ पायो। गुरु गोबिंद सिंह सच्चे पातशाह जी भी इस प्रेमा भगती के उत्ते विशेष रूप में जोर देंदे ने। ये नहीं सी कि बाकी जो उन्होंने बचन किए ने कोई झूठे ने, पर किसी गल के उत्ते जोर देने दे वास्ते उन्होंने बचन किया कि सच कहना है, ये गल सारे सुन लो, जिन्हों ने प्यार किया ना उन्होंने रब नूं पाया। जिन प्रेम कियो तिन ही प्रभ पायो, उन्होंने ही पाया, दूजियां दे वस की गल नहीं, तर्कशीलों के वस की गल नहीं, हेठियां करन वालियां दे वस की गल नहीं। सो नमस्कार है, भोला भाऊ गोबिंद मिलावे, ऐसे भगत धन्ना जी नूं नमस्कार है, उन्हां दी बाणी नूं, उन्हां दी प्रेमा भगती नूं नमस्कार है। अगों चल के ये भी वेरवे प्राप्त होंदे ने कि फिर उन्हां नूं लोकां ने कहा कि तुसीं ठीक है, रब तुहाडी गल मनदा है, पर जे तुसीं भगती करनी है ना तो कोई गुरु धारण करो। फिर ऐसा वेरवा प्राप्त होंदा कि रामानंद जी ने उन्होंने गुरु धारण किया, तो फिर प्रेमा भगती के रंग विच होर उन्होंने बड़ियां तरक्कियां कीतियां। सो उन्हां दे शब्द जिहड़े ने वो गुरु की बाणी दे विच दर्ज ने। ते भगत धन्ना जी सदा ही प्रेमा भगती का वो प्रतख स्वरूप साडे सामने है। ये बिद सुन के जाटड़ो, उठ भगती लागा, मिले प्रतख गुसाइयां, धन्ना वड भागा। सो उन्हां वडभागी जनां नूं नमस्कार करते हैं, आग्या लैने जी। वाहिगुरू जी का खालसा, वाहिगुरू जी की फतेह।